पौड़ी दान महंडा तली खाक जे मिले तां मस्तक लाइए। हुण मेरे सतगुरु जी कहंदे ने दान बख्शिश मेरा भाव मेरे वास्ते तली पैरां दियां तलियां दी खाक चरण धूड़ कहण लगे मेरे वास्ते गुरमुखां दे चरनां दी धूड़ मेरे वास्ते ये बख्शिश है। तेरे गुरमुखां दी बख्शिश रहमत मेरा ये चित करदा है कि मैं तैनूं संतां दे हे वाहिगुरू जी मैनूं संतां दे पैरां दी खाक भाव मैनूं ये दान मिले। जिस दान नूं जिस धूड़ नूं मैं अपने मत्थे ते लावां ये दान मैनूं मिल जाए मत्थे उत्ते लाउण वास्ते मैनूं ये चाहीदा है। कूड़ा लालच छड्डीए होए एक मन अलख ते आईए। सतगुर कहंदे ने होर लालच होर माया दा जाल जो मैनूं दुनिया दे विच फसा रिहा है कहण लगे मैं छड्ड देना चाहुंदा हां ते मन नूं केवल प्रभु भगती दे विच मैं लाउणा चाहुंदा हां। मेरे ते इन्नी किरपा कर बख्शिश कर रहमत कर। हलते वेहो पाईए जे वेही कार कमाईए। हुण सतगुरु सत्य पातशाह कहंदे ने जेहो जी पूर्वले पहले मुੱਢ तो धुर तो लिखिया है पिछले कीते हुए कर्मां ते संस्कारां दी होंद सतगुरु कहंदे ने ओही प्राप्त हुंदा है। सतगुरु कहंदे ने मनुख जिस तरह दी कार करदा है ओहो जिहा उसनूं फल मिलदा है। भाव जेहो जिहा धरती विच बीज बीजदा है ना ਉਹ ਵੱਢਣਾ ਪੈਂਦਾ। ਹੁਣ ਗੁਰਦੇਵ ਤੇ ਕਹਿੰਦੇ ਨੇ ਪਿਆਰਿਆ ਜੇ ਤੂੰ ਕਿੱਕਰਾਂ ਬੀਜ ਰਿਹਾ ਹੈ ਤੇ ਫਿਰ ਤੈਨੂੰ ਖਜੂਰਾਂ ਕਿਵੇਂ ਮਿਲਣਗੀਆਂ। ਬਾਬਾ ਫਰੀਦ ਜੀ ਦੇ ਬਚਨ ਨੇ ਬਾਬਾ ਜੀ ਕੇ ਸਮਝਾਉਂਦੇ ਨੇ ਸਾਨੂੰ ਕਹਿੰਦੇ ਨੇ ਸਰੀਰ ਰੂਪੀ ਧਰਤੀ ਦੇ ਬੀਜ ਕੈਸਾ ਬੀਜਿਆ ਹੈ ਵੇਖ ਤੂੰ ਇਹ ਸਰੀਰ ਦੇ ਵਿੱਚ ਬੀਜ ਕੈਸਾ ਬੀਜਿਆ ਹੈ। ਜੇ ਚੰਗਾ ਬੀਜ ਨਹੀਂ ਬੀਜਿਆ ਤੇ ਫਿਰ ਤੈਨੂੰ ਚੰਗਾ ਫਲ ਵੀ ਨਹੀਂ ਮਿਲਣਾ। ਲੋੜੇ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ। ਹੁਣ ਕਿੱਕਰਾਂ ਬੀਜੀਆਂ ਤੇ ਲੋੜਦਾ ਕਿ ਮੈਨੂੰ ਬਜੌਰ ਸ਼ਹਿਰ ਦੀਆਂ ਦਾਖਾਂ ਮਿਲ ਜਾਣ ਕਿਵੇਂ ਮਿਲਣਗੀਆਂ। ਹੁਣ ਵੇਖੋ ਤੁਸੀਂ ਕਿਵੇਂ ਮਿਲਣਗੀਆਂ ਇਹ ਲੋੜੇ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ ਹੰਡੇ ਉਨ ਕਤੈਨ ਦਾ ਪੈਂਦਾ ਲੋੜੇ। ਕਹਿਣ ਲੱਗੇ ਕਪਾਹ ਦੇ ਖੇਤ ਬੀਜੇ ਨੇ ਕਹਿੰਦਾ ਰੇਸ਼ਮ ਮਿਲ ਜਾ ਕਿਵੇਂ ਮਿਲੇਗਾ। ਇਸੇ ਤਰ੍ਹਾਂ ਸਰੀਰ ਰੂਪੀ ਧਰਤੀ 'ਚ ਜੈਸਾ ਬੀਜ ਬੀਜਿਆ ਉਹੋ ਜਿਹਾ ਸਾਨੂੰ ਵੱਢਣਾ ਪਏਗਾ। ਹੁਣ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ। ਗੁਰਦੇਵ ਜੀ ਕਹਿੰਦੇ ਨੇ ਪਿਆਰਿਆ ਜੋ ਕੁਝ ਸਰੀਰ ਰੂਪੀ ਧਰਤੀ 'ਚ ਬੀਜਿਆ ਹੈ ਉਹ ਤੈਨੂੰ ਮਿਲੇਗਾ ਉਹਦਾ ਫਲ ਮਿਲੇਗਾ। ਪਰ ਸੰਤ ਜਨਾਂ ਦੇ ਪੈਰਾਂ ਦੀ ਖਾਕ ਤਾਂ ਮਿਲਦੀ ਹੈ ਜੇ ਚੰਗੇ ਭਾਗ ਹੋਣ। ਗੁਰਮੁਖਾਂ ਦਾ ਆਸਰਾ ਪਰਨਾ ਜਿਹੜਾ ਹੈ ਇਹ ਛੱਡ ਕੇ ਜੋ ਆਪਣੀ ਹੋਛੀ ਮੱਤ ਜੇ ਦੇ ਪਿੱਛੇ ਤੁਰਦਾ ਹੈ ਨਾ ਜੇ ਇਹਦੀ ਟੇਕ ਰੱਖੀਏ ਤਾਂ ਕਹਿੰਦੇ ਨੇ ਇਸ ਦੇ ਆਸਰੇ ਕੀਤੀ ਹੋਈ ਕਾਲ ਕਮਾਈ ਵਿਅਰਥ ਜਾਂਦੀ ਹੈ। ਮੱਤ ਥੋੜੀ ਸੇਵ ਗਵਾਈ ਹੈ ਥੋੜੀ ਮੱਤ ਕਰਕੇ ਜਿਹੜੀ ਸੀ ਕਾਲ ਕੀਤੀ ਹੋਈ ਵਿਅਰਥ ਚਲੀ ਗਈ। ਗੁਰਮੁਖਾਂ ਦੀ ਸੰਗਤ ਤਾਂ ਮਿਲੇਗੀ ਜੇ ਚੰਗੇ ਭਾਗ ਨੇ ਤਾਂ। ਹੁਣ ਸਤਿਗੁਰੂ ਜੀ ਨੇ ਇਸ 10ਵੀਂ ਪੌੜੀ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ। ਅਗਲੀ ਪੌੜੀ ਹੈ ਸਤਿਗੁਰਾਂ ਦੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਹ 11ਵੀਂ ਪੌੜੀ ਆਰੰਭ ਹੋਈ ਆਸਾ ਜੀ ਦੀ ਵਾਰ ਦੀ। 11ਵੇਂ ਇਸ ਪੌੜੀ ਦੇ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਬੜਾ ਸੋਹਣਾ ਨਿਰਣਾ ਕੀਤਾ ਹੈ ਸੱਚ ਦੇ ਬਾਰੇ। ਗੁਰਦੇਵ ਜੀ ਕਹਿਣ ਲੱਗੇ ਸਮਾਂ ਕਿਹੜਾ ਆਇਆ। ਸਮੇਂ ਦਾ ਨਾਮ ਜਿੱਥੇ ਸਤ ਸੰਗਤ ਹੈ ਜਿੱਥੇ ਸਬਰ ਸੰਤੋਖ ਹੈ ਉਹ ਅੱਜ ਵੀ ਸਮਾਂ ਸਤਿਯੁਗ ਦਾ ਹੈ। ਕਹਿਣ ਲੱਗੇ ਅਸੀਂ ਕਲਯੁਗ ਨੂੰ ਵਰਤ ਲਿਆ ਵੀ ਕਲਯੁਗ ਹੈ। ਜਿੱਥੇ ਸਤ ਸੰਤੋਖ ਹੈ ਸਬਰ ਹੈ ਸ਼ਾਂਤੀ ਹੈ ਘਰ ਵਿੱਚ ਸੁੱਖ ਸ਼ਾਂਤੀ ਹੈ ਪਰਿਵਾਰ ਦੇ ਵਿੱਚ ਉਹ ਘਰ ਅੱਜ ਵੀ ਸਤਿਯੁਗ ਦੇ ਵਿੱਚ ਵਰਤ ਰਹੇ ਨੇ ਸੰਸਾਰ ਵਿੱਚ ਰਹਿੰਦੇ ਹੋਏ। ਤੇ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਦੇਖ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਇਹ ਸਰਵਣ ਕਰੀਏ ਵਿਚਾਰ ਕਰੀਏ ਆਪਾਂ ਮਿਲ ਕੇ। ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਕ ਬੇਤਾਲ। ਹੁਣ ਸਤਿਗੁਰੂ ਸੱਚ ਵਿੱਚ ਸੱਚ ਕਾਲ ਸੱਚ ਵਿੱਚ ਕਾਲ ਪੈ ਗਿਆ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਨਾ ਮਾਨੋ ਕਿ ਸੱਚ ਨੂੰ ਕਾਲ ਪੈ ਗਿਆ। ਸੱਚ ਕੋਈ ਸੁਣ ਕੇ ਰਾਜੀ ਹੈ। ਆ ਵੇਖ ਲਓ ਤੁਸੀਂ ਸੱਚ ਬੋਲ ਕੇ ਦੇਖੋ ਮਾਰਨ ਦੌੜਦੇ ਨੇ। ਸੱਚ ਨੂੰ ਬੋਲ ਕੇ ਦੇਖ ਲਓ ਸੱਚ ਸੁਣਨ ਨੂੰ ਤਿਆਰ ਕੋਈ ਨਹੀਂ। ਸੱਚੀ ਗੱਲ ਸੁਣਨ ਨੂੰ ਤਿਆਰ ਕੋਈ ਨਹੀਂ। ਝੂਠ ਝੂਠ ਜਿੰਨਾ ਵੱਧ ਬੋਲੋਗੇ ਉਹਨਾਂ ਸੰਸਾਰ ਵਿੱਚ ਸਿਆਣਾ ਕਿ ਇਹ ਬੰਦਾ ਬੜਾ ਸਿਆਣਾ ਹੈ। ਜਿਹੜਾ ਬੰਦਾ ਬਹੁਤਿਆਂ ਨੂੰ ਮੂਰਖ ਬਣਾ ਲੈ ਉਹਨੂੰ ਆਪਾਂ ਸਿਆਣਾ ਮੰਨਦੇ ਹਾਂ। ਇਹਨੇ ਬਹੁਤਿਆਂ ਨੂੰ ਮੂਰਖ ਬਣਾਇਆ ਗੱਲਾਂ ਕਰ ਕਰਕੇ।
ਗੁਰਬਾਣੀ ਸੱਚ ਹੈ। ਸਤਿਗੁਰੂ ਕਹਿੰਦੇ ਨੇ ਪਿਆਰਿਆ ਦੇਖ, ਸੰਸਾਰ ਦੇ ਅੰਦਰ ਸੰਸਾਰਕ ਜੀਵਾਂ ਦੇ ਹਿਰਦੇ ਵਿੱਚੋਂ ਸੱਚ ਉੱਡ ਗਿਆ ਤੇ ਕੂੜ ਹੀ ਕੂੜ ਪ੍ਰਧਾਨ ਹੈ। ਤਾਂ ਹੀ ਤੇ ਗੁਰੂ ਸਾਹਿਬ ਨੇ ਕਿਹਾ ਕੂੜ ਫਿਰੇ ਪ੍ਰਧਾਨ ਮੇ ਲਾਲੋ। ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨ ਮੇ ਲਾਲੋ। ਸ਼ਰਮ ਧਰਮ ਦੋਏ ਛਪ ਖਲੋਏ। ਧਰਮ ਉੱਡ ਗਿਆ, ਕੂੜ ਫਿਰੇ ਪ੍ਰਧਾਨ ਮੇ ਲਾਲੋ। ਕੂੜ ਦੀ ਪ੍ਰਧਾਨਤਾ ਹੈ, ਇੱਥੇ ਕੂੜ ਹੀ ਕੂੜ ਹੈ। ਗੁਰਦੇਵ ਇੱਥੇ ਕਹਿੰਦੇ ਨੇ ਸੱਚ ਕਾਲ, ਸੱਚ ਨੂੰ ਮੰਨੋ, ਕਾਲ ਪੈ ਗਿਆ। ਕਲ ਕਾਲਖ ਬੇਤਾਲ, ਕਹਿਣ ਲੱਗੇ ਸੱਚ ਨੂੰ ਕਾਲ, ਅਸਲੀਅਤ ਦੀ ਪਰਖ ਹੀ ਨਹੀਂ ਰਹੀ। ਕਾਲ ਕਹਿੰਦੇ ਨੇ ਕਾਲਾਪਨ, ਵਿਕਾਰਾਂ ਦੀ ਸਿਆਹੀ। ਬੇਤਾਲ ਕਹਿੰਦੇ ਨੇ ਭੂਤ ਪ੍ਰੇਤ, ਕਹਿੰਦੇ ਨੇ ਬੇਤਾਲੇ ਤੁਰਦੇ ਨੇ। ਕੁਰਾਏ ਪੈ ਗਿਆ ਮਨੁੱਖ, ਕੁਰਾਏ ਪਿਆ ਹੋਇਆ ਨਾ, ਦਰ ਦਰ ਤੇ ਭਟਕਦਾ। ਫਿਰ ਵੀ ਮਨ ਨੂੰ ਟਿਕਾਓ ਕੋਈ ਨਹੀਂ, ਕਿਉਂਕਿ ਸੱਚ ਸੁਣ ਕੇ ਰਾਜੀ ਕੋਈ ਨਹੀਂ। ਮੇਰੇ ਗੁਰਦੇਵ ਜੀ ਕਹਿੰਦੇ ਨੇ ਬੀਓ ਬੀਜ ਪੱਤ ਲੈ ਗਏ, ਅਬ ਕਿਉਂ ਉਗਵੈ ਦਾਲ। ਬੀਓ ਕਹਿੰਦੇ ਨੇ ਨਾਮ ਰੂਪ ਬੀਜ, ਬੀਜ ਬੀਜ ਕੇ ਕਿਉਂ ਉਗਵੇ। ਬੀਜ ਬੀਜਿਆ ਕੋਈ ਨਹੀਂ। ਹੁਣ ਕੋਈ ਦਾਣੇ ਨੂੰ ਦਲ ਦੇਵੇ, ਉਹ ਧਰਤੀ ਵਿੱਚ ਬੀਜੇ ਕਿਵੇਂ ਉੱਗੇਗਾ? ਸਾਬਤ ਦਾਣਾ ਧਰਤੀ 'ਚ ਬੀਜਣਾ ਪਏਗਾ ਤਾਂ ਧਰਤੀ ਵਿੱਚ ਉੱਗੇਗਾ। ਔਰ ਧਰਤੀ ਨੂੰ ਸਿੰਜ ਕੇ ਜਦੋਂ ਵੱਤਰ ਆਵੇ ਤਾਂ। ਕਹਿਣ ਲੱਗੇ ਹੁਣ ਦਾਲ ਕਿਵੇਂ ਉੱਗੇ? ਸਤਿਗੁਰੂ ਕਹਿੰਦੇ ਨੇ ਦੇਖੋ, ਪਾਪਾਂ ਦੀ ਕਾਲਖ ਦੇ ਕਾਰਨ ਜੀਵ ਭੂਤਨੇ ਬਣ ਗਏ। ਭਾਵ ਜਗਤ ਦਾ ਮੋਹ ਪ੍ਰਬਲ ਹੋ ਰਿਹਾ ਹੈ। ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਉਣ ਦਾ ਖਿਆਲ ਜੀਵਾਂ ਦੇ ਹਿਰਦੇ ਦੇ ਵਿੱਚੋਂ ਦੂਰ ਹੋ ਰਿਹਾ ਹੈ ਤੇ ਸਿਮਰਨ ਤੋਂ ਬਿਨਾਂ ਜੀਵ ਮਾਨੋ ਭੂਤਨੇ ਬਣ ਗਏ ਹਨ। ਜਿਨ੍ਹਾਂ ਨੇ ਹਰੀ ਦਾ ਨਾਮ ਬੀਜ ਆਪਣੇ ਹਿਰਦਿਆਂ ਵਿੱਚ ਬੀਜਿਆ, ਉਹ ਇਸ ਜਗਤ ਦੇ ਵਿੱਚ ਭਾਵ ਜਗਤ ਤੋਂ ਸ਼ੋਭਾ ਖੱਟ ਕੇ ਗਏ। ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ ਦੇਖੋ, ਕਿਉਂਕਿ ਮਨ ਦੋ ਫਾੜ ਹੋ ਚੁੱਕਾ ਹੈ। ਦੁਬਦਾ ਦੇ ਵਿੱਚ ਮਨ ਦੋ ਫਾੜ ਹੈ, ਇਹਦੇ ਵਿੱਚ ਨਾਮ ਕਿਵੇਂ ਟਿਕੇ? ਹੁਣ ਜਿਸ ਭਾਂਡੇ ਵਿੱਚ ਤਰੇੜ ਹੋਵੇ ਉਹਦੇ ਵਿੱਚ ਪਾਣੀ ਨਹੀਂ ਟਿਕ ਸਕਦਾ, ਉਸ ਤਰੇੜ ਨੂੰ ਮਿਟਾਉਣਾ ਪਏਗਾ, ਭਾਂਡੇ ਨੂੰ ਸਵੱਛ ਕਰਨਾ ਪਏਗਾ। ਹੁਣ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਭਾਂਡਾ ਅੰਦਰੋਂ ਤਰੇੜਿਆ ਹੋਇਆ ਮਨ, ਇਹਦੇ ਵਿੱਚ ਕਿਵੇਂ ਟਿਕੇ ਸ਼ਬਦ? ਸਤਿਗੁਰੂ ਕਹਿੰਦੇ ਨੇ ਜੁੜਦਾ ਕੋਈ ਨਹੀਂ। ਮਨ ਦੋ ਚਿੱਤੇਪਨ ਵਿੱਚ ਹੈ, ਦੋ ਚਿੱਤੇ ਦੀਆਂ ਦੋ ਥੰਮੀਆਂ ਨੇ, ਤ੍ਰਿਸ਼ਨਾ ਰੂਪੀ ਸ਼ਤੀਰ ਹੈ। ਕਹਿਣ ਲੱਗੇ ਕਿਵੇਂ ਟਿਕੇ? ਭਾਵ ਦੋ ਚਿੱਤਾਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿੱਚ ਨਹੀਂ ਜੁੜਦਾ। ਫਿਰ ਸਤਿਗੁਰ ਕਹਿੰਦੇ ਨੇ ਬੀਜ ਉਗਦਾ ਤਾਂ ਹੀ ਹੈ ਜੇ ਜਿਹੜੀ ਹੈ ਬੀਜ ਸਾਬਤ ਹੋਵੇ ਤੇ ਉਸ ਬੀਜ ਬੀਜਣ ਦੀ ਰੁੱਤ ਹੋਵੇ, ਨਹੀਂ ਤੇ ਨਹੀਂ ਉੱਗੇਗਾ। ਹੁਣ ਜਿਹੜੇ ਬੀਜ ਬੀਜਣ ਦੀ ਰੋਤੀ ਕੋਈ ਨਹੀਂ, ਉਹ ਕਿਵੇਂ ਉੱਗੇਗਾ? ਸਤਿਗੁਰ ਕਹਿੰਦੇ ਨੇ ਨਾਨਕ ਪਾਹੈ ਬਾਹਰਾ, ਕੋਰੇ ਰੰਗ ਨਾ ਸੋਏ। ਰੁੱਤਾਂ ਵਿੱਚੋਂ ਰੁੱਤ ਚੰਗੀ ਰੁੱਤ, ਫੱਬਵੀਂ ਰੁੱਤ ਹੋਵੇ ਤਾਂ ਉੱਗਦਾ। ਕਹਿਣ ਲੱਗੇ ਜਿਸ ਤਰ੍ਹਾਂ ਕੱਪੜੇ ਨੂੰ ਪਾਹ ਲਾ ਕੇ ਰੰਗ ਚੜ੍ਹਦਾ, ਪਹਿਲਾਂ ਉਹਨੂੰ ਪਾਹ ਲਾਉਣੀ ਪੈਂਦੀ, ਪਾਣੀ ਵਿੱਚੋਂ ਕੱਢਣਾ ਪੈਂਦਾ, ਫਿਰ ਉਹਨੂੰ ਰੰਗ ਚੜ੍ਹਦਾ। ਕਹਿਣ ਲੱਗੇ ਇਸੇ ਤਰ੍ਹਾਂ ਮਨ ਹੈ, ਕੋਰੇ ਮਨ ਦੇ ਉੱਤੇ ਰੰਗ ਨਹੀਂ ਚੜ੍ਹੇਗਾ। ਜਿਹੜਾ ਮਨ ਕੋਰਾ ਬਿਲਕੁਲ ਸਤ ਸੰਗਤ ਤੋਂ ਬਿਨਾਂ ਇਹ ਰੰਗ ਨਹੀਂ ਚੜ੍ਹੇਗਾ। ਹੁਣ ਸਤਿਗੁਰੂ ਦ੍ਰਿਸ਼ਟਾਂਤ ਦਿੰਦੇ ਨੇ ਇੱਥੇ, ਕਹਿੰਦੇ ਨੇ ਵੇਖੋ ਗੁਰੂ ਸਾਹਿਬ ਜੀ ਕਹਿੰਦੇ ਨੇ ਕੋਰੇ ਕੱਪੜੇ ਨੂੰ ਪੱਕਾ ਰੰਗ ਨਹੀਂ ਚੜ੍ਹਦਾ, ਪਹਿਲਾਂ ਖੁੰਬ ਕੇ ਚਾੜਨ ਦੀ ਲੋੜ ਹੈ, ਫਿਰ ਰੰਗ ਦੇਣ ਤੋਂ ਪਹਿਲਾਂ ਪਾ ਦੇਣੀ ਪੈਂਦੀ ਹੈ। ਇਸੇ ਤਰ੍ਹਾਂ ਕੋਰੇ ਮਨ ਨੂੰ ਨਾਮ ਵਿੱਚ ਰੰਗਣ ਵਾਸਤੇ ਪਹਿਲਾਂ ਰੱਬ ਦੇ ਡਰ ਰੂਪ ਭਾਵ ਖੁੰਬ ਤੇ ਚਾੜਨ ਦੀ ਲੋੜ ਹੈ। ਭਾਵ ਭੈ ਵਿੱਚ ਹੋਵੇ ਮਨ, ਰੱਬ ਦਾ ਭੈ ਹੋਵੇ, ਪਰਮਾਤਮਾ ਦਾ ਕਿ ਅਕਾਲ ਪੁਰਖ ਵਾਹਿਗੁਰੂ ਕੋਈ ਹੈ, ਮੈਂ ਉਹਦੇ ਭੈ ਵਿੱਚ ਹਾਂ। ਫਿਰ ਸਤਿਗੁਰੂ ਕਹਿੰਦੇ ਨੇ ਤਾਂ ਇਹਨੂੰ ਰੰਗ ਚੜ੍ਹੇਗਾ, ਨਹੀਂ ਤੇ ਨਹੀਂ ਰੰਗ ਚੜ੍ਹੇਗਾ। ਫਿਰ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ, ਫਿਰ ਰੱਬ ਦੇ ਭੈ ਵਿੱਚ ਰਹਿ ਕੇ ਜੀਆਂ ਦੇ ਉੱਤੇ ਤਰਸ ਕਰਨ ਲੱਗ ਪੈਂਦਾ ਹੈ। ਫਿਰ ਇਸ ਮਨ ਨੂੰ ਮਿਹਨਤ ਦੀ ਪਾ ਦਿੱਤੀ ਜਾਏ ਤਾਂ ਆਲਸ ਤਿਆਗ ਕੇ ਉਦਮੀ ਬਣ ਜਾਂਦਾ। ਫਿਰ ਇਹ ਅੰਮ੍ਰਿਤ ਵੇਲੇ ਉੱਠਦਾ, ਫਿਰ ਬਾਣੀ ਨਾਲ ਜੁੜਦਾ, ਫਿਰ ਰੱਬ ਦੀ ਭਗਤੀ ਦੇ ਵਿੱਚ ਜੁੜਦਾ, ਫਿਰ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਇਹ ਫਿਰ ਦੁਖੀਆਂ ਦੀ ਬਾਹ ਫੜਦਾ। ਕਹਿਣ ਲੱਗੇ ਇਸ ਤਰ੍ਹਾਂ ਰੰਗ ਚੜ੍ਹੇਗਾ। ਫਿਰ ਸਤਿਗੁਰੂ ਕਹਿੰਦੇ ਨੇ ਭੈ ਵਿੱਚ ਖੁੰਭ ਚੜਾਈਏ, ਸ਼ਰਮ ਪਾਉਤਨ ਹੋਏ, ਨਾਨਕ ਭਗਤੀ ਜੇ ਰਪੈ, ਕੂੜੇ ਸੋਏ ਨਾ ਕੋਏ। ਫਿਰ ਸਤਿਗੁਰੂ ਇਹ ਨਾਨਕ ਜੇ ਲਾਗ ਨਾ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਸੋਹਣਾ ਪੱਕਾ ਰੰਗ ਨਹੀਂ ਚੜ੍ਹਦਾ। ਜੋ ਲਾਗ ਵਰਤਿਆਂ ਚੜ੍ਹਦਾ ਹੈ ਨਾ,
ਇਸੇ ਤਰ੍ਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ ਰੰਗ ਵਿੱਚ ਸੋਹਣਾ ਰੰਗ ਦੇਣਾ ਹੋਵੇ ਤਾਂ ਪਹਿਲਾਂ ਇਸ ਨੂੰ ਰੱਬ ਦੇ ਡਰ ਰੂਪ ਦੇ ਵਿੱਚ ਰਹਿਣਾ ਪਏਗਾ, ਭੈ ਵਿੱਚ ਰਹਿਣਾ ਪਏਗਾ, ਤਾਂ ਇਹਨੂੰ ਨਾਮ ਦਾ ਰੰਗ ਚੜ੍ਹੇਗਾ, ਨਹੀਂ ਤੇ ਨਹੀਂ ਚੜ੍ਹੇਗਾ। ਫਿਰ ਸਤਿਗੁਰੂ ਕਹਿੰਦੇ ਨੇ ਫਿਰ ਭਗਤੀ ਦੇ ਵਿੱਚ ਮਨ ਰੰਗਿਆ ਜਾਏਗਾ ਤਾਂ ਮਾਇਆ ਦੇ ਛਲ ਤੋਂ ਬਚ ਜਾਏਗਾ। ਇਹ ਭਾਵ ਮਾਇਆ ਜਿਹੜੀ ਇਹਨੂੰ ਛਲ ਨਹੀਂ ਸਕੇਗੀ। ਅਗਲੇ ਸ਼ਲੋਕ ਵਿੱਚ ਗੁਰੂਦੇਵ ਜੀ ਸਮਝਾਉਂਦੇ ਨੇ, ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਜੋ ਅਗਲੇ ਸ਼ਲੋਕ ਦੇ ਅੰਦਰ ਹਨ ਮੇਰੇ ਸੱਚੇ ਪਾਤਸ਼ਾਹ ਜੀ ਦੇ। ਹੁਣ ਸਤਿਗੁਰੂ ਜੀ ਕਹਿੰਦੇ ਨੇ ਮਹੱਲਾ ਪਹਿਲਾ ਬੜਾ ਖੋਲ ਕੇ ਦੱਸਿਆ ਗਿਆ। ਗੁਰੂ ਸਾਹਿਬ ਜੀ ਕਹਿੰਦੇ ਨੇ ਵੇਖੋ ਸਾਨੂੰ ਕਿੰਨੇ ਵਿਕਾਰ ਲੱਗੇ ਨੇ, ਸਾਨੂੰ ਕਿੰਨੇ ਚਸਕੇ ਲੱਗੇ ਨੇ, ਉਹਨਾਂ ਦੇ ਬਾਰੇ ਗੁਰੂਦੇਵ ਜੀ ਕਹਿੰਦੇ ਨੇ ਕਿਹੜਾ ਕਿਹੜਾ ਚਸਕਾ ਹੈ। ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਦੋ ਚੀਜ਼ਾਂ ਨੇ, ਇੱਕ ਲੱਭ ਹੈ, ਇੱਕ ਲੋਭ ਹੈ। ਗੁਰੂਦੇਵ ਜੀ ਨੇ ਲੱਭ ਨੂੰ ਕੁੱਤਾ ਕਿਹਾ ਹੈ, ਕਹਿੰਦੇ ਨੇ ਲੱਭ ਕੁੱਤਾ, ਲੱਭ ਕੁੱਤਾ, ਕੂੜ ਚੂੜਾ, ਠੱਗ ਖਾਦਾ ਮਰਦਾਰ। ਬਾਣੀ ਦੇ ਅੰਦਰ ਕੁੱਤੇ ਨੂੰ ਵੀ ਜ਼ਬਾਨ ਦਾ ਚਸਕਾ ਹੈ, ਉਹ ਹੱਡੀ ਦਾ ਚਸਕਾ ਲੈਂਦਾ। ਇੱਥੇ ਗੁਰੂਦੇਵ ਕਹਿੰਦੇ ਨੇ ਲੱਭ, ਇਹ ਜੀਭ ਦਾ ਚਸਕਾ। ਸਾਡੀ ਜੀਭ ਨੂੰ ਜਿਹੜੇ ਰਸ ਲੱਗੇ ਨੇ ਨਾ, ਅਸੀਂ ਰਸ ਸੰਸਾਰ ਦੇ ਖਾ ਰਹੇ ਹਾਂ, ਇਹ ਜੀਭ ਦੇ ਉੱਤੇ ਰਸ ਲੱਗ ਗਏ ਸੰਸਾਰ ਦੇ, ਪਰਮਾਤਮਾ ਦੇ ਨਾਮ ਦਾ ਰਸ ਨਹੀਂ ਲੱਗਾ, ਪਰਮਾਤਮਾ ਦਾ ਨਾਮ ਦਾ ਰਸ ਨਹੀਂ ਲਿਆ। ਕਹਿੰਦੇ ਨੇ ਲੱਭ ਪਾਪ ਦੋਏ ਰਾਜਾ ਮਹਿਤਾ, ਕਹਿੰਦੇ ਨੇ ਲੱਭ ਜੀਭ ਦਾ ਚਸਕਾ, ਮਹਿਤਾ ਕਹਿੰਦੇ ਨੇ ਵਜ਼ੀਰ, ਵਜ਼ੀਰ ਨੂੰ ਕਹਿਣ ਲੱਗੇ ਇਹ ਲੱਭ ਜਿਹੜਾ ਸੀ ਨਾ ਇਹ ਰਾਜਾ ਬਣਿਆ, ਜੀਭ ਦਾ ਚਸਕਾ, ਤੇ ਕਹਿੰਦੇ ਨੇ ਜਿਹੜਾ ਕੂੜ ਸੀ ਇਹ ਵਜ਼ੀਰ ਬਣਿਆ। ਤੇ ਫੇਰ ਕਹਿੰਦੇ ਨੇ ਸਿਕਦਾਰ, ਕਹਿੰਦੇ ਨੇ ਚੌਧਰੀ ਨੂੰ, ਕਹਿੰਦੇ ਨੇ ਜਿਹੜਾ ਚੌਧਰੀ ਸੀ ਇਹ ਸਿਕਦਾਰ ਹੈ। ਲੱਭ ਪਾਪ ਦੋਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਕਾਮ ਨੇਬ ਸਦ ਪੁੱਛੀਏ ਬਹਿ ਬਹਿ ਕਰੇ ਵਿਚਾਰ। ਨੇਬ ਕਹਿੰਦੇ ਨੇ ਨਾਇਬ, ਜਿਸ ਤਰ੍ਹਾਂ ਨਾਇਬ ਹੌਲਦਾਰ, ਸੂਬੇਦਾਰ। ਕਹਿੰਦੇ ਨੇ ਇਹ ਜਿਹੜਾ ਹੈ ਨਾਇਬ, ਇਹ ਕਾਮ ਬਣਿਆ ਹੈ। ਵੇਖੋ ਸਾਥੀ ਕੈਸੇ ਨੇ। ਹੁਣ ਰਾਜਾ ਜਿਹੜਾ ਇਹ ਲੱਭ ਹੈ, ਜੀਭ ਦਾ ਚਸਕਾ, ਤੇ ਜਿਹੜਾ ਕੂੜ ਹੈ ਇਹ ਵਜ਼ੀਰ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਇਹਨਾਂ ਦੇ ਕੋਲੋਂ ਸਲਾਹ ਮਸ਼ਵਰਾ ਲਿਆ ਜਾਂਦਾ ਹੈ, ਬਹਿ ਬਹਿ ਕੇ ਵਿਚਾਰਾਂ ਕਰਦੇ ਨੇ। ਅੰਧੀ ਰਈਅਤ ਗਿਆਨ ਵੀ ਹੋਣੀ। ਹੁਣ ਸਤਿਗੁਰੂ ਕਹਿੰਦੇ ਨੇ ਜਗਤ ਵਿੱਚ ਜੀਵਾਂ ਵਾਸਤੇ ਜੀਭ ਦਾ ਚਸਕਾ ਮਾਨੋ ਰਾਜਾ, ਪਾਪ ਵਜ਼ੀਰ ਹੈ ਤੇ ਝੂਠ ਚੌਧਰੀ ਹੈ। ਇਸੇ ਲੱਭ ਤੇ ਪਾਪ ਦੇ ਦਰਬਾਰ ਵਿੱਚ ਕਾਮ ਨਾਇਬ ਬਣਿਆ। ਇਸੇ ਨੂੰ ਸੱਦ ਕੇ ਸਲਾਹ ਪੁੱਛੀ ਜਾਂਦੀ ਹੈ। ਭਾਵ ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ ਕਾਮ ਜਿਹੜਾ ਸੀ। ਇਹਨਾਂ ਦੀ ਕਹਿਣ ਲੱਗੇ ਪਰਜਾ ਗਿਆਨ ਤੋਂ ਸਖਣੀ ਹੋਣ ਕਾਰਨ ਮਾਨੋ ਅੰਨੀ ਹੋਈ ਹੋਈ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੀ ਹੈ, ਵਿਕਾਰਾਂ ਦੀ ਅੱਗ ਵਿੱਚ ਸੜਦੀ ਹੈ। ਅੰਧੀ ਰਈਅਤ ਗਿਆਨ ਵੀ ਹੋਣੀ ਭਾਵੇਂ ਭਰੇ ਮੁਰਦਾਰ। ਕਹਿਣ ਲੱਗੇ ਦੇਖੋ ਪਰਜਾ ਜਿਹੜੀ ਗਿਆਨ ਤੋਂ ਵੀ ਹੋਣੀ, ਭਾਵ ਸਰੀਰ ਨੂੰ ਗੁਰੂ ਸਾਹਿਬ ਕਹਿੰਦੇ ਨੇ ਇਹ ਸਰੀਰ ਵਿੱਚ ਕਿੰਨੇ ਚਸਕੇ ਨੇ। ਜੀਭ ਦਾ ਚਸਕਾ, ਸੁਣਨ ਦਾ ਚਸਕਾ, ਬੋਲਣ ਦਾ ਚਸਕਾ, ਵੇਖਣ ਦਾ ਚਸਕਾ। ਅੱਖਾਂ ਵੀ ਪਰਾਇਆ ਧਨ ਰੂਪ ਦੇਖਦੀਆਂ ਨੇ, ਕੰਨ ਪਰਾਈ ਨਿੰਦਾ ਸੁਣਦੇ ਨੇ। ਅਸੀਂ ਨਿੰਦੇ ਕਰ ਰਹੇ ਹਾਂ ਨਾ, ਆਪ ਕੁਝ ਕਰਨਾ ਨਹੀਂ, ਦੂਜੇ ਨੂੰ ਕਰਨ ਨਹੀਂ ਦੇਣਾ। ਹਾਲੇ ਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਸਮਝਾਉਣਾ ਕੀਤਾ ਪਿਆਰਿਆ ਕਿਸੇ ਦੀ ਨਿੰਦਾ ਮਤ ਕਰ, ਪਹਿਲਾਂ ਤੂੰ ਆਪ ਕੁਝ ਕਰ ਫਿਰ ਦੂਸਰੇ ਵੱਲ ਵੇਖੀ। ਅਸੀਂ ਨਿੰਦਿਆ ਕਰਨ ਵਿੱਚ ਲੱਗੇ ਹਾਂ ਔਰ ਨਿੰਦਿਆ ਕਰ ਕਰਕੇ ਦੂਜਿਆਂ ਦਾ ਭਾਰ ਹੌਲਾ ਕਰ ਰਹੇ ਹਾਂ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ ਏਦਾਂ ਜੀਵਨ ਤਬਦੀਲ ਨਹੀਂ ਹੋਣਾ। ਤੇ ਫਿਰ ਦੇਖ ਇਹਨਾਂ ਵਿਕਾਰਾਂ ਵਿੱਚ ਪੈ ਕੇ ਸਾਰੀ ਪਰਜਾ ਗਿਆਨ ਤੋਂ ਵੀ ਹੋਣੀ ਹੈ। ਫਿਰ ਸਤਿਗੁਰ ਅੱਗੇ ਕਹਿੰਦੇ ਨੇ ਗਿਆਨੀ ਨੱਚੇ ਵਾਜੇ ਵੈਵੇ ਰੂਪ ਕਰੇ ਸ਼ਿੰਗਾਰ। ਜੋ ਮਨੁੱਖ ਆਪਣੇ ਆਪ ਨੂੰ ਗਿਆਨਵਾਨ ਉਪਦੇਸ਼ਕ ਅਖਵਾਉਂਦੇ ਹਨ ਉਹ ਨੱਚਦੇ ਹਨ, ਵਾਜੇ ਵਜਾਉਂਦੇ ਹਨ, ਕਈ ਤਰ੍ਹਾਂ ਦੇ ਭੇਸ ਵਟਾਉਂਦੇ ਹਨ ਤੇ ਸ਼ਿੰਗਾਰ ਕਰਦੇ ਹਨ। ਉਹ ਗਿਆਨੀ ਉੱਚੀ ਉੱਚੀ ਕੁੱਕਦੇ ਹਨ, ਪਰ ਯੁੱਧਾਂ ਦੀਆਂ ਪ੍ਰਸੰਗ ਸੁਣਾਉਂਦੇ ਹਨ। ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ। ਯੋਧਿਆਂ ਦੀਆਂ ਵਾਰਾਂ ਵਿਆਖਿਆ ਕਰਦੇ ਹਨ। ਤੇ ਸਤਿਗੁਰੂ ਕਹਿੰਦੇ ਨੇ ਮੂਰਖ ਪੰਡਤ ਹਿਕਮਤ ਹੁਜਤ ਸੰਜੇ ਕਰੇ ਪਿਆਰ। ਹੁਣ ਸਤਿਗੁਰੂ ਕਹਿੰਦੇ ਨੇ ਵੇਖੋ ਹਿਕਮਤ ਕਹਿੰਦੇ ਨੇ ਚਲਾਕੀ, ਮੂਰਖ ਪੰਡਤ ਪੜਿਆ ਹੋਇਆ। ਇੱਥੇ ਕੇਵਲ ਕਿਸੇ ਜਾਤੀ ਦਾ ਨਾਮ ਨਹੀਂ, ਪੜਿਆ ਹੋਇਆ ਪੰਡਤ ਉਹਨੂੰ ਕਹਿੰਦੇ ਨੇ ਵਿਦਵਾਨ ਨੂੰ, ਜਿਹੜਾ ਵਿਦਵਾਨ ਹੈ। ਕਹਿੰਦੇ ਨੇ ਉਹ ਚਲਾਕੀ, ਹੁਜਤ ਕਹਿੰਦੇ ਨੇ ਦਲੀਲ ਨੂੰ, ਸੰਜੇ ਮਾਇਆ ਦੇ ਇਕੱਠ ਕਰਨ ਵਿੱਚ,
ਬਣਿਆ ਹੋਇਆ ਧਰਮੀ ਹੈ। ਤਾਂ ਹੀ ਤੇ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜਗਤ ਵਿੱਚ ਆਏ, ਉਹਨਾਂ ਨੇ ਜਗਤ ਦੇ ਹਾਲਾਤ ਨੂੰ ਬੜੇ ਨੇੜਿਓਂ ਦੇਖਿਆ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਧਿਆਨ ਧਰ ਕੇ ਦੇਖਿਆ ਨੇੜੇ। ਵੇਖੋ ਤੁਸੀਂ ਇਤਿਹਾਸ ਦੇ ਪੰਨਿਆਂ ਨੂੰ ਪੜ੍ਹ ਕੇ ਦੇਖੋ, ਨੇੜਿਓਂ ਤੱਕਿਆ ਤੇ ਗੁਰੂ ਸਾਹਿਬ ਬੜੇ ਹੈਰਾਨ ਹੋਏ ਕਿ ਸੰਸਾਰ ਵਿੱਚ ਭਾਣਾ ਕੀ ਵਰਤ ਰਿਹਾ। ਤੇ ਗੁਰਦੇਵ ਜੀ ਨੇ ਬਾਣੀ ਦੇ ਵਿੱਚ ਕਿਹਾ, ਉਸ ਵੇਲੇ 3 ਵੱਡੇ ਪੰਥ ਸਨ, ਬ੍ਰਾਹਮਣ ਇਹ ਵੀ ਧਾਰਮਿਕ, ਕਾਜੀ ਇਹ ਵੀ ਧਰਮ ਦੇ ਠੇਕੇਦਾਰ, ਤੇ ਜੋਗੀ। ਗੁਰੂ ਸਾਹਿਬ ਜੀ ਨੇ ਪਾਵਨ ਬਚਨ ਆਖੇ, ਕਾਦੀ ਕੂੜ ਬੋਲ ਮਲ ਖਾਏ। ਕਾਦੀ ਜਿਹੜੇ ਇਹਨਾਂ ਦੇ ਹੱਥ ਵਿੱਚ ਸੀ ਸ਼ਰ੍ਹਾ ਦੀ ਕਿਤਾਬ, ਨਿਆਂ ਕਰਨਾ ਲੋਕਾਂ ਦੇ ਨਾਲ। ਆਪਣੀ ਕਿਤਾਬ ਖੋਲਦੇ ਨੇ, ਫਤਵਾ ਲਾਉਂਦੇ ਨੇ। ਆਪਾਂ ਵੇਖਦੇ ਹੀ ਹਾਂ ਇਤਿਹਾਸ ਨੂੰ ਪੜ੍ਹ ਕੇ ਕਿਵੇਂ ਕਿਵੇਂ ਫਤਵਾ ਲਾਇਆ। ਗੁਰੂ ਅਰਜਨ ਸਾਹਿਬ ਜੀ ਨੂੰ ਫਤਵਾ ਲਾਇਆ, ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਫਤਵੇ ਲਾਏ, ਭਾਈ ਮਨੀ ਸਿੰਘ ਜੀ ਫਤਵਾ ਲਾਇਆ, ਭਾਈ ਤਾਰੂ ਸਿੰਘ ਨੂੰ ਫਤਵਾ ਲਾਇਆ, ਭਾਈ ਸ਼ੁਬੇਗ ਸਿੰਘ ਸ਼ਾਹਬਾਜ਼ ਸਿੰਘ ਨੂੰ ਫਤਵਾ ਲਾਇਆ, ਹੋਰ ਪਤਾ ਨਹੀਂ ਕਿੰਨੇ ਫਤਵੇ ਸ਼ਰ੍ਹਾ ਨੂੰ ਪੜ੍ਹ ਕੇ। ਹੁਣ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਦੇਖੋ ਇਹ ਧਰਮੀ ਨੇ ਕਾਦੀ ਕੂੜ ਬੋਲਦੇ ਨੇ, ਸ਼ਰ੍ਹਾ ਦੀ ਕਿਤਾਬ ਹੱਥ ਵਿੱਚ ਲੈ ਕੇ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ। ਬ੍ਰਾਹਮਣ ਇਹਦੇ ਹੱਥ ਵਿੱਚ ਵੀ ਪੋਥੀ ਹੈ, ਇਹ ਜੀਆਂ ਨੂੰ ਲੁੱਟ ਕੇ ਘਾਤ ਕਰ ਰਿਹਾ ਹੈ। ਜੋਗੀ ਜੁਗਤ ਨਾ ਜਾਣੇ ਅੰਧ, ਜਿਹੜੇ ਜੋਗੀ ਨੇ ਪਹਾੜਾਂ ਦੇ ਕੰਦਰਾਂ ਵਿੱਚ ਜਾ ਬੜੇ ਮੰਗ ਖਾਂਦੇ ਨੇ। ਤਿੰਨੇ ਉਜਾੜੇ ਕਾ ਬੰਦ, ਇਹ ਤਿੰਨੇ ਵੱਡੇ ਪੰਥ ਸਨ। ਗੁਰੂ ਸਾਹਿਬ ਕਹਿੰਦੇ ਇਹਨਾਂ ਤਿੰਨਾਂ ਨੇ ਸੰਸਾਰ ਨੂੰ ਉਜਾੜ ਕੇ ਰੱਖ ਦਿੱਤਾ। ਹੁਣ ਵੇਖੋ ਗੁਰਦੇਵ ਜੀ ਕਹਿੰਦੇ ਚਲਾਕੀ ਨਾਲ, ਵਿਦਵਾਨ ਹੈ ਚਲਾਕੀ ਨਾਲ ਮਾਇਆ ਇਕੱਠੀ ਕਿਵੇਂ ਕਰਨੀ ਹੈ। ਹੁਣ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਪਿਆਰਿਆ ਪੜ੍ਹੇ ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, ਪਰ ਮਾਇਆ ਦੇ ਇਕੱਠਾ ਕਰਨ ਵਿੱਚ ਜੁਟੇ ਪਏ ਹਨ। ਉੱਚੇ ਉੱਚੇ ਕੂਕਦੇ ਨੇ। ਫਿਰ ਸਤਿਗੁਰੂ ਕਹਿੰਦੇ ਨੇ, ਮੂਰਖ ਪੰਡਤ ਹਿਕਮਤ ਹੁਜਤ ਸੰਜੇ ਕਰੇ। ਸੰਜੇ ਕਰੇ ਮਾਇਆ ਦੇ ਇਕੱਠ ਨੂੰ। ਮਾਇਆ ਦਾ ਇਕੱਠ ਹੈ, ਇਹਦਾ ਮਤਲਬ ਇਹ ਨਹੀਂ ਮਾਇਆ ਕੋਲ ਨਾ ਹੋਵੇ, ਪਰ ਉਹਦੀ ਵਰਤੋਂ ਅਸੀਂ ਕਿਸ ਤਰ੍ਹਾਂ ਕਰਨੀ ਹੈ, ਕਿਸ ਤਰ੍ਹਾਂ ਚਲਾਕੀਆਂ ਦੇ ਨਾਲ ਨਹੀਂ, ਮਿਹਨਤ ਦੇ ਨਾਲ। ਹੁਣ ਸਤਿਗੁਰੂ ਕਹਿੰਦੇ ਨੇ, ਧਰਮੀ ਧਰਮ ਕਰੇ ਗਵਾਵੇ। ਜੋ ਮਨੁੱਖ ਆਪਣੇ ਆਪ ਨੂੰ ਧਰਮੀ ਸਮਝਦੇ ਹਨ, ਉਹ ਆਪਣੇ ਵੱਲੋਂ ਤਾਂ ਧਰਮ ਦਾ ਕੰਮ ਕਰਦੇ ਹਨ, ਪਰ ਸਾਰੀ ਮਿਹਨਤ ਗਵਾ ਬੈਠਦੇ ਹਨ। ਕਿਉਂ? ਮੰਗੇ ਮੋਖ ਦਵਾਰ, ਉਹ ਮੰਗਦੇ ਨੇ ਮੁਕਤੀ ਦਾ ਦਰਵਾਜ਼ਾ। ਇਹ ਧਰਮ ਦੇ ਕੰਮ ਮੈਂ ਕਰਾਂਗਾ, ਕਾਦੇ ਵਾਸਤੇ ਕਰਦੇ ਨੇ? ਮੈਨੂੰ ਮੁਕਤੀ ਮਿਲ ਜਾਏ। ਨਿਸ਼ਕਾਮ ਹੋ ਕੇ ਪਰਮਾਤਮਾ ਨੇ ਜੇ ਮੁਕਤੀ ਦੇਣੀ ਤੇ ਦੇਣੀ ਹੈ, ਉਹਦੇ ਨਾਮ ਤੋਂ ਬਿਨਾ ਮੁਕਤੀ ਨਹੀਂ। ਸਤਿਗੁਰੂ ਕਹਿੰਦੇ ਨੇ, ਨਿਸ਼ਕਾਮ ਹੋ ਕੇ ਕੰਮ ਕਰ, ਤੈਨੂੰ ਮੁਕਤੀ ਮਿਲ ਜਾਏਗੀ, ਪਰਮਾਤਮਾ ਦੇ ਵਿੱਚ ਤੂੰ ਸਮੇਲ ਹੋ ਜਾਏਗਾ। ਫਿਰ ਸਤਿਗੁਰੂ ਕਹਿੰਦੇ ਨੇ, ਜਤੀ ਸਦਾਵੇ ਜੁਗਤ ਨਾ ਜਾਣੇ। ਕਹਿਣ ਲੱਗੇ ਆਪਣੇ ਆਪ ਨੂੰ ਜਤੀ ਕਵਾਉਂਦਾ ਹੈ। ਮੈਂ ਇੰਦਰੀਆਂ ਨੂੰ ਆਪਣੇ ਵਸ ਵਿੱਚ ਕੀਤਾ। ਕਹਿਣ ਲੱਗੇ ਅੱਖਾਂ ਵਸ ਵਿੱਚ ਨਾ ਹੋਈਆਂ, ਤਮਾਸ਼ੇ ਵੇਖਦੀਆਂ ਨੇ ਦੁਨੀਆ ਦੇ, ਕੰਨ ਵਸ ਵਿੱਚ ਨਾ ਹੋਏ, ਜੀਭਾ ਵਸ ਵਿੱਚ ਨਾ ਹੋਈ, ਨਾਸਕਾ ਵਸ ਵਿੱਚ ਨਾ ਹੋਈ, ਇਹ ਤੇ ਵਿਕਾਰਾਂ ਵਿੱਚ ਹੈ। ਕਹਿਣ ਲੱਗੇ ਜੁਗਤੀ ਤੇ ਜਾਣੀ ਕੋਈ ਨਹੀਂ, ਆਪਣੇ ਆਪ ਨੂੰ ਜਤੀ ਸਮਝਦਾ ਹੈ। ਛੱਡ ਬੈ ਘਰ-ਬਾਰ ਛੱਡ ਬੈਠਾ, ਇਸਤਰੀ ਤਿਆਗ ਬੈਠਾ, ਪੁੱਤਰ ਤਿਆਗ ਬੈਠਾ, ਪਰਿਵਾਰ ਛੱਡ ਕੇ ਜੰਗਲਾਂ ਵਿੱਚ ਚਲਾ ਗਿਆ। ਫਿਰ ਸਤਿਗੁਰੂ ਕਹਿੰਦੇ ਨੇ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਸਾਰਾ ਮਨੁੱਖ ਕਹਿੰਦਾ, ਹਰੇਕ ਮਨੁੱਖ ਕਹਿੰਦਾ ਮੈਂ ਪੂਰਾ ਹਾਂ, ਮੈਂ ਅਧੂਰਾ ਨਹੀਂ। ਆਪਣੇ ਆਪ ਨੂੰ ਕੋਈ ਵੀ ਨਹੀਂ ਕਹਿੰਦਾ ਕਿ ਮੈਂ ਘੱਟ ਹਾਂ। ਸਾਰੇ ਆਪਣੇ ਆਪ ਨੂੰ ਧਰਮੀ ਮੰਨਦੇ ਨੇ, ਰੱਬ ਮੰਨਦੇ ਨੇ ਕਿ ਮੈਂ ਰੱਬ, ਮੈਂ ਖੁਦਾ ਹਾਂ। ਪਰ ਸਤਿਗੁਰੂ ਕਹਿੰਦੇ ਨੇ, ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਕਹਿਣ ਲੱਗੇ ਪਿਆਰਿਆ ਵੇਖ, ਅਜਿਹੇ ਮਨੁੱਖ ਹਨ ਆਪਣੇ ਆਪ ਨੂੰ ਜਤੀ ਅਖਵਾਉਂਦੇ ਨੇ, ਜੁਗਤੀ ਜਾਣਦੇ ਕੋਈ ਨਹੀਂ। ਪਰ ਇੱਕ ਗੱਲ ਯਾਦ ਰੱਖੀ ਪਿਆਰਿਆ, ਰੱਬ ਦੀ ਦਰਗਾਹ ਦੇ ਵਿੱਚ ਕਬੂਲ ਤਾਂ ਪਵੇਗਾ। ਵੇਖ ਪਤ ਪਰਵਾਣਾ ਪਿੱਛੇ ਪਾਈਏ, ਜਦੋਂ ਤੋਲਿਆ ਜਾਏਗਾ ਨਾ, ਫਿਰ ਉੱਥੇ ਪਤਾ ਲੱਗੇਗਾ ਕਿ ਕੌਣ ਭਾਰਾ ਤੇ ਕੌਣ ਨੀਵਾਂ ਹੈ। ਭਾਵ ਪ੍ਰਭੂ ਦੀ ਦਰਗਾਹ ਵਿੱਚ ਆਦਰ ਕਿਸ ਨੂੰ ਮਿਲਦਾ ਹੈ? ਉਹੀ ਮਨੁੱਖ ਪੂਰਨਤਾ ਰਹਿਤ ਹੈ ਜਿਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲੇ। ਜਿਹਨੂੰ ਆਦਰ ਨਹੀਂ ਮਿਲਿਆ, ਉੱਥੇ ਪਤਾ ਲੱਗੇਗਾ ਕਿਹਦਾ ਪਾਜ ਉਗੜੇਗਾ, ਕਿਹਨੂੰ ਆਦਰ ਮਿਲੇਗਾ। ਮਹੱਲਾ ਪਹਿਲਾ, ਅਗਲਾ ਸ਼ਲੋਕ ਗੁਰਦੇਵ ਜੀ ਦਾ।
ਵੱਧੀ ਸੁਵਜਗ ਨਾਨਕਾ ਸੱਚਾ ਵੇਖੈ ਸੋ। ਵੱਧੀ ਕਹਿੰਦੇ ਮਿੱਥੀ ਹੋਈ ਰੱਬ ਵੱਲੋਂ ਨੀਅਤ ਕੀਤੀ ਹੋਈ ਉਹ ਗੱਲ। ਵੱਜਕ ਕਹਿੰਦੇ ਨੇ ਵੱਜੇਗੀ, ਪ੍ਰਗਟ ਹੋਵੇਗੀ, ਰੱਬ ਵੱਲੋਂ ਕੀਤੀ ਹੋਈ ਨੀਅਤ ਉਹ ਗੱਲ ਪ੍ਰਗਟ ਹੋਏਗੀ। ਜੋ ਗੱਲ ਰੱਬ ਵੱਲੋਂ ਥਾਪੀ ਜਾ ਚੁੱਕੀ ਹੈ ਉਹੀ ਹੋ ਕੇ ਰਹੇਗੀ, ਕਿਉਂਕਿ ਉਹਦੇ ਹੁਕਮ ਦੇ ਵਿੱਚ ਸਭ ਕੁਝ ਚੱਲ ਰਿਹਾ। ਸੱਚਾ ਵੇਖੈ ਸੋਏ, ਸੱਚਾ ਥਿਰ ਰਹਿਣ ਵਾਲਾ ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰ ਰਿਹਾ ਹੈ, ਵੇਖ ਰਿਹਾ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰਿਸ ਹੋਏ। ਕਹਿੰਦੇ ਨੇ ਸਭ ਜਿਹੜੇ ਨੇ ਛਾਲਾਂ ਮਾਰਦੇ ਨੇ, ਸਾਰੇ ਜੀਵ ਆਪੋ ਆਪਣਾ ਜ਼ੋਰ ਲਾਉਂਦੇ ਹਨ, ਪਰ ਹੁੰਦੀ ਤਾਂ ਉਹੀ ਗੱਲ ਹੈ ਜੋ ਕਰਤਾਰ ਨੂੰ ਭਾਵੇ। ਹਰੇਕ ਬੰਦਾ ਜ਼ੋਰ ਲਗਾ ਰਿਹਾ, ਉਹੀ ਗੱਲ ਹੋਏਗੀ ਜਿਹੜੀ ਕਰਤਾਰ ਨੂੰ ਭਾ ਜਾਏ। ਕਹਿੰਦੇ ਨੇ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਹੁਣ ਮੇਰੇ ਸਤਿਗੁਰੂ ਕਹਿੰਦੇ ਨੇ ਪਿਆਰਿਆ ਵੇਖ, ਉਹ ਕਿਸੇ ਵੀ ਉੱਚੀ ਜਾਤ ਦਾ ਜ਼ੋਰ ਨਹੀਂ ਜਾਣਦਾ ਕਿ ਤੂੰ ਉੱਚੀ ਜਾਤ ਦਾ ਹੈ। ਉੱਥੇ ਜਾਤ ਨਹੀਂ ਪਛਾਣੀ ਜਾਣੀ, ਉੱਥੇ ਕਿਸੇ ਦਾ ਜ਼ੋਰ ਨਹੀਂ ਚੱਲੇਗਾ। ਜਿਸ ਅਗਲੇ ਸੰਸਾਰ ਵਿੱਚ ਜਾਣਾ ਉੱਥੇ ਤੇ ਜੀਵ ਬਿਲਕੁਲ ਨਵੇਂ ਨੇ। ਤੇ ਕਹਿੰਦੇ ਨੇ ਪਿਆਰਿਆ ਵੇਖ, ਇਸ ਵਾਸਤੇ ਕਿਸੇ ਦਬਾਅ ਵਿੱਚ ਨਹੀਂ ਆਉਂਦੇ। ਉੱਥੇ ਉਹ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ। ਜਿਨ ਕੀ ਲੇਖੇ ਪੱਤ ਪਵੇ ਚੰਗੇ ਸਹੀ ਕੇ, ਜਗਤ ਵਿੱਚ ਉਹ ਭਲੇ ਹਨ। ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ, ਉਹਨਾਂ ਨੂੰ ਪਰਮਾਤਮਾ ਦੇ ਦਰ ਤੇ, ਕਿਉਂਕਿ ਉੱਥੇ ਨਾ ਕਿਸੇ ਦੀ ਜਾਤ ਚੱਲਣੀ, ਉੱਥੇ ਕਿਸੇ ਨੇ ਜਾਤ ਥੋੜੀ ਪੁੱਛਣੀ ਹੈ। ਇੱਥੇ ਤੇ ਮਨੁੱਖ ਕਹਿੰਦਾ ਕਿ ਮੈਂ ਫਲਾਣੀ ਜਾਤ ਦਾ ਹਾਂ, ਮੇਰੇ ਕੋਲ ਇੰਨੀ ਤਾਕਤ ਹੈ, ਮੇਰੇ ਪਿੱਛੇ ਇਤਨੀ ਦੁਨੀਆ ਹੈ, ਪਰ ਰੱਬ ਦੇ ਘਰ ਦੇ ਵਿੱਚ ਇਹ ਸਭ ਕੁਝ ਨਹੀਂ ਚੱਲਣਾ। ਉੱਥੇ ਤੇ ਜੀਵ ਵੀ ਨਵੇਂ ਨੇ, ਉੱਥੇ ਬਹਿਣਾ ਉੱਠਣਾ ਤੇਰਾ ਨਵਿਆਂ ਦੇ ਨਾਲ, ਉੱਥੇ ਤੇਰੀ ਜਾਤ ਨਹੀਂ ਪੁੱਛੀ ਜਾਣੀ। ਉੱਥੇ ਤੇ ਤੇਰੇ ਕੀਤੇ ਹੋਏ ਕਰਮ ਜਿਹੜੇ ਨੇ, ਜੇ ਤੈਨੂੰ ਚੰਗੇ ਕਰਮ ਕੀਤੇ ਨੇ ਤੈਨੂੰ ਇੱਜ਼ਤ ਮਿਲੇਗੀ, ਜੇ ਮਾੜੇ ਕਰਮ ਕੀਤੇ ਨੇ ਤੇ ਦੁਬਾਰਾ ਫਿਰ ਟੇਢੀਆਂ ਮੇਢੀਆਂ ਜੂਨੀਆਂ ਸੁੱਟਿਆ ਜਾਏਗਾ।